ਐਸਵਾਈਐਲ ਤੇ ਕੇਂਦਰ ਦੇ ਨਾਲ ਪੰਜਾਬ ਹਰਿਆਣਾ ਦੀ ਬੈਠਕ ਜਾਰੀ। ਸੀਐਮ ਭਗਵੰਤ ਮਾਨ ਅਤੇ ਮਨੋਹਰ ਲਾਲ ਬੈਠਕ ਦੇ ਵਿੱਚ ਮੌਜੂਦ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਅਗਵਾਈ ਦੇ ਵਿੱਚ ਹੋ ਰਹੀ ਹੈ ਮੀਟਿੰਗ। ਸ਼ੰਭੂ ਬਾਰਡਰ ਤੋਂ ਸ਼ਾਮ ਹਟੇਗਾ ਧਰਨਾ। ਸਰਕਾਰ ਦੇ ਨਾਲ ਟਰੱਕ ਆਪਰੇਟਰਾਂ ਦੀ ਮੀਟਿੰਗ ਦੇ ਵਿੱਚ ਬਣੀ ਸਹਿਮਤੀ। ਮੰਗਾਂ ਦੇ ਹੱਲ ਦੇ ਲਈ ਸਰਕਾਰ ਨੇ ਬਣਾਈ ਕਮੇਟੀ। 6 ਦਿਨਾਂ ਤੋਂ ਸ਼ੰਭੂ ਬਾਰਡਰ ਤੇ ਆਵਾਜਾਈ ਸੀ ਪ੍ਰਭਾਵਿਤ। ਗਵਰਨਰ ਨੇ ਨਵੇਂ ਸਾਲ ਤੇ ਪੰਜਾਬ ਤੇ ਚੰਡੀਗੜ੍ਹ ਦੇ ਅਫਸਰਾਂ ਨੂੰ ਲਿਖੀ ਚਿੱਠੀ। 350 ਆਈਐਸ ਆਈਪੀਐਸ ਅਧਿਕਾਰੀਆਂ ਨੂੰ ਚਿੱਠੀ ਭੇਜ ਕੇ ਕਿਹਾ, ਭ੍ਰਿਸ਼ਟਾਚਾਰ ਮੁਕਤ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੇ ਲਈ ਰਹੋ ਵਚਨਬੱਧ। ਸੰਦੀਪ ਸਿੰਘ ਦੇ ਖਿਲਾਫ ਛੇੜਛਾੜ ਦੇ ਇਲਜ਼ਾਮਾਂ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਤੇਜ਼ ਕੀਤੀ ਜਾਂਚ। ਸੰਦੀਪ ਸਿੰਘ ਦੇ ਰਿਹਾਇਸ਼ ਤੇ ਮਹਿਲਾ ਨੂੰ ਲਿਜਾ ਕੇ ਕੀਤੀ ਪੜਤਾਲ। ਘਰ ਵਿੱਚ ਮੌਜੂਦ ਨਹੀਂ ਸਨ ਸੰਦੀਪ। ਕਾਂਗਰਸ ਆਗੂ ਕੈਪਟਨ ਸੰਦੀਪ ਸੰਧੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ। ਸੰਦੀਪ ਸੰਧੂ ਨੂੰ ਮਿਲੀ ਆਗਾਜ਼ ਜ਼ਮਾਨਤ। ਕਥਿਤ ਸਟਰੀਟ ਲਾਈਟ ਘੁਟਾਲੇ ਵਿੱਚ ਨੇ ਨਾਮਜ਼ਦ। ਜਲੰਧਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਨਾਮ ਤੇ ਸ਼ਖਸ ਨੇ ਮੰਗੇ ਪੈਸੇ। ਵਿਧਾਇਕ ਦੇ ਸਮਰਥਕਾਂ ਨੂੰ ਕੀਤੀਆਂ ਕਾਲਸ। ਰਮਨ ਅਰੋੜਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ। ਨਿਊਜ਼ 18 ਪੰਜਾਬ ਹਰਿਆਣਾ ਵੇਖੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ। ਗੱਲਬਾਤ ਦਾ ਨਵਾਂ ਰਾਉਂਡ ਸ਼ੁਰੂ ਹੋਇਆ ਹੈ ਪੰਜਾਬ ਹਰਿਆਣਾ ਤੇ ਕੇਂਦਰ ਸਰਕਾਰ ਦੇ ਵਿੱਚ। ਤੇ ਇਸੇ ਖਬਰ ਦੇ ਨਾਲ ਕਰਦੇ ਹਾਂ ਇਸ ਬੁਲੇਟਿਨ ਦੀ ਸ਼ੁਰੂਆਤ। ਐਸਵਾਈਐਲ ਤੇ ਮਹਾਮੰਥਨ ਜਾਰੀ ਹੈ। ਦਿੱਲੀ ਦੇ ਵਿੱਚ ਕੇਂਦਰ ਦੀ ਮੀਟਿੰਗ ਜਾਰੀ ਹੈ, ਜਿਸ ਦੇ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਇਹ ਮੀਟਿੰਗ ਲੈ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੀਟਿੰਗ ਦੇ ਵਿੱਚ ਮੌਜੂਦ ਨੇ। ਪੰਜਾਬ ਦੇ ਟੌਪ ਅਧਿਕਾਰੀ ਵੀ ਸੀਐਮ ਦੇ ਨਾਲ ਮੌਜੂਦ ਨੇ। ਪੰਜਾਬ ਦੇ ਲਈ ਇਹ ਮੀਟਿੰਗ, ਅੱਜ ਦੀ ਮੀਟਿੰਗ ਕਾਫੀ ਅਹਿਮ ਹੈ, ਕਿਉਂਕਿ ਇਸ ਮੀਟਿੰਗ ਦੇ ਵਿੱਚ ਐਸਵਾਈਐਲ ਦੇ ਮਸਲੇ ਤੇ ਮਹਾਮੰਥਨ ਕੀਤਾ ਜਾ ਰਿਹਾ ਹੈ। ਔਰ ਇਸੇ ਮਹੀਨੇ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਹੋਣੀ ਹੈ, ਜਿੱਥੇ ਕੇਂਦਰ ਸਰਕਾਰ ਨੂੰ ਰਿਪੋਰਟ ਪੇਸ਼ ਕਰਨੀ ਹੈ ਕਿ ਉਸਨੇ ਪਿਛਲੇ 4-5 ਮਹੀਨਿਆਂ ਦੇ ਵਿੱਚ ਕੀ ਕੀਤਾ ਹੈ। ਸੋ ਇਹ ਮੀਟਿੰਗ ਕਾਫੀ ਅਹਿਮ ਹੈ ਪੰਜਾਬ ਦੇ ਲਿਹਾਜ਼ ਦੇ ਨਾਲ। ਪੰਜਾਬ ਦੇ ਲਈ ਬੇहद ਮਹੱਤਵਪੂਰਨ ਅੱਜ ਦੀ ਮੀਟਿੰਗ ਹੈਗੀ ਹੈ। ਔਰ ਸੀਐਮ ਭਗਵੰਤ ਮਾਨ ਅਧਿਕਾਰੀਆਂ ਦੇ ਨਾਲ ਇਸ ਮੀਟਿੰਗ ਦਾ ਹਿੱਸਾ ਬਣੇ ਨੇ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋ ਰਹੀ ਹੈ ਸਤਲੁਜ ਯਮੁਨਾ ਲਿੰਕ ਮਾਮਲੇ ਦੇ ਉੱਤੇ। ਸੀਐਮ ਸਾਹਿਬ ਦਾ ਸਾਡਾ ਸਾਰਿਆਂ ਦਾ ਸਟੈਂਡ ਬੜਾ ਕਲੀਅਰ ਹੈ ਕਿ ਪੰਜਾਬ ਕੋਲ ਇੱਕ ਵੀ ਤੁਪਕਾ ਪਾਣੀ ਦਾ ਨਾ ਸੀ, ਨਾ ਹੈ, ਨਾ ਦਿੱਤਾ, ਨਾ ਦਿੱਤਾ ਜਾਏਗਾ ਕਿਸੇ ਵੀ ਹੋਰ ਰਾਜਾਂ ਨੂੰ, ਕਿਉਂਕਿ ਨੈਸ਼ਨਲ ਔਰ ਇੰਟਰਨੈਸ਼ਨਲ ਰਾਈਪੇਰੀਅਨ ਲਾਜ਼ ਦੇ ਮੁਤਾਬਿਕ ਜਦੋਂ ਚੱਲਦੇ ਆ ਤੇ ਇਹਦੇ ਉੱਪਰ ਹੱਕ ਜਿਹੜਾ 100% ਪੰਜਾਬ ਦਾ ਬਣਦਾ ਹੈ। ਹੁਣ ਤੱਕ ਜੋ ਸਿਚੁਏਸ਼ਨ ਅਰਾਈਜ਼ ਹੋਈ ਹੈ ਉਹ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ, ਗਲਤ ਨੀਤੀਆਂ ਦੀ ਵਜ੍ਹਾ ਕਰਕੇ ਹੋਈ ਹੈ, ਪਰ ਪੰਜਾਬ ਸਰਕਾਰ ਮਾਨ ਸਾਹਿਬ ਉਹਨੂੰ ਸੁਲਝਾਉਣ ਦੇ ਲਈ ਵਚਨਬੱਧ ਨੇ। ਸਮੇਂ-ਸਮੇਂ ਤੇ ਪਾਣੀ ਲੁੱਟਿਆ, ਕਾਂਗਰਸ ਪਾਰਟੀ ਨੇ ਕੰਡੇ ਬੀਜੇ ਹੈ ਔਰ ਅੱਜ ਤੱਕ ਪੰਜਾਬੀਆਂ ਦੇ ਚੁੱਭ ਰਹੇ ਆ। ਮੇਰੀ ਮੁੱਖ ਮੰਤਰੀ ਸਾਹਿਬ ਨੂੰ ਇੱਕੋ ਬੇਨਤੀ ਹੈ ਕਿ ਤੁਸੀਂ ਇੱਕੋ ਸਟੈਂਡ ਲੈਣਾ ਹੈ। ਪਾਣੀ ਘੱਟ ਹੈ, ਵੱਧ ਹੈ, ਪਾਣੀ ਦੀ ਮਿਣਤੀ ਹੋਈ ਹੈ, ਨਹੀਂ ਹੋਈ ਹੈ, ਮੈਂ ਨਹੀਂ ਰੱਖਦਾਗਾ, ਕਿਉਂਕਿ ਜੇ ਤੁਸੀਂ ਕਹੋਗੇ ਪਾਣੀ ਘੱਟ ਹੈ ਤਾਂ ਉਹ ਕਹਿਣਗੇ ਜੇ 10 ਲੀਟਰ ਚੋਂ ਤੁਸੀਂ 4 ਦੇਣਾ ਸੀ ਤੇ ਹੁਣ 8 ਚੋਂ 4% ਦੇ ਦਿਓ। ਇਹ ਨਹੀਂ, ਤੁਸੀਂ ਇੱਕੋ ਮੁੱਦੇ ਤੇ ਜਿਹੜਾ ਹੈਗਾ ਸਟੈਂਡ ਲੈਣਾ ਔਰ ਪੰਜਾਬ ਦੇ ਹਿੱਤ 'ਚ ਭੁਗਤਣਾ ਹੈ ਕਿ ਰਿਪੇਰੀਅਨ ਸਿਧਾਂਤ ਕੀ ਕਹਿੰਦਾ ਹੈ। ਰਿਪੇਰੀਅਨ ਸਿਧਾਂਤ ਸਿਰਫ ਇਹ ਕਹਿੰਦਾ ਕਿ ਜਿੱਥੋਂ ਸੂਬੇ ਚੋਂ ਪਾਣੀ ਗੁਜ਼ਰ ਰਿਹਾ ਪਹਿਲਾ ਹੱਕ ਉਸ ਦਾ ਹੈ। ਭਗਵੰਤ ਮਾਨ ਸਾਹਿਬ ਕੋਲੇ ਬੜਾ ਵੱਡਾ ਮੌਕਾ ਹੈ। ਮਾਨ ਸਾਹਿਬ, ਨਾ ਤਾਂ ਦਿੱਲੀ ਵਾਲਿਆਂ ਦੀ ਆਖਰੀ ਸ਼ਰਮ ਕਰਿਓ ਤੇ ਨਾ ਹਰਿਆਣਾ ਤੇ ਦਿੱਲੀ ਦੀਆਂ ਵੋਟਾਂ ਦਾ ਲਾਲਚ ਕਰਿਓ। ਪੰਜਾਬ ਦੇ ਪੁੱਤੋਂ ਪੰਜਾਬ ਨਾਲ ਖੜਿਓ। एसवाईएल में फैसला हुआ है, ये इम्प्लीमेंट सेंट्रल गवर्नमेंट ने उन्होंने कहा सुप्रीम कोर्ट से बड़ा कोई कोर्ट नहीं है देश का, उसने हरियाणा के इसमें फैसला किया है, एसवाईएल खोदने का फैसला किया हुआ है और वो ऑर्डर फाइनलिटी अटेन कर चुका है। अब डिले इनकी है। यहाँ पे भी बीजेपी की सरकार है, बीजेपी जेजेपी केंद्र में भी है, उनकी जिम्मेवारी है नहर खुदवाने की। कोई मतलब ही नहीं। पहले भी मिले थे, हम पहले मिले थे, राष्ट्रपति से भी मिले थे, वहाँ राजनाथ थे गृह मंत्री, उनसे भी मिले थे। जब हालांकि प्रधानमंत्री से मिलने का मुख्यमंत्री ने कहा था मिलाएंगे, वहाँ ये बात हो गई थी और वहाँ से जो कानून विशेषज्ञ भी बुलाए थे सुप्रीम कोर्ट से जुड़ रहे थे, उन्होंने कहा था ये ऑर्डर फाइनलिटी अटेन कर चुका है। अब तो ये सिर्फ टाइम पास करने की बात है, अपना अमली जामा पहनाना चाहिए ऑर्डर को।
ਸੋ ਐਸਵਾਈਐਲ ਪ੍ਰੋਜੈਕਟ ਹੈ ਕਿ 8 ਅਪ੍ਰੈਲ 1982 ਨੂੰ ਐਸਵਾਈਐਲ ਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਨੀਂਹ ਪੱਥਰ ਰੱਖਿਆ ਸੀਗਾ ਪੰਜਾਬ ਦੇ ਵਿੱਚ ਕਪੂਰੀ ਦੇ ਨੇੜੇ। 214 ਕਿਲੋਮੀਟਰ ਲੰਮੀ ਸਤਲੁਜ ਯਮਨਾ ਲਿੰਕ ਨਹਿਰ ਦੀ ਉਸਾਰੀ ਦੇ ਲਈ ਨੀਂਹ ਪੱਥਰ ਜਿਹੜਾ ਹੈਗਾ ਉਹ ਰੱਖਿਆ ਗਿਆ ਸੀ। ਐਸਵਾਈਐਲ ਦਾ 122 ਕਿਲੋਮੀਟਰ ਹਿੱਸਾ ਪੰਜਾਬ ਦੇ ਵਿੱਚ ਹੈ, ਜਦਕਿ ਬਾਕੀ ਹਿੱਸਾ ਜਿਹੜਾ ਹੈਗਾ ਯਾਨੀ 92 ਕਿਲੋਮੀਟਰ ਉਹ ਹਰਿਆਣਾ ਵਿੱਚ ਪੈਂਦਾ ਹੈ। ਹਰਿਆਣਾ ਲਗਾਤਾਰ ਇਹ ਕਹਿੰਦਾ ਰਿਹਾ ਹਰਿਆਣਾ ਦੀਆਂ ਸਰਕਾਰਾਂ ਕਿ ਸਾਨੂੰ ਐਸਵਾਈਐਲ ਚਾਹੀਦੀ ਹੈ। 40 ਸਾਲਾਂ ਬਾਅਦ ਵੀ ਐਸਵਾਈਐਲ ਦੀ ਉਸਾਰੀ ਨਹੀਂ ਹੋ ਸਕੀ ਹੈ। ਪੰਜਾਬ ਤੋਂ ਐਸਵਾਈਐਲ ਕੱਢਣ ਦਾ ਜ਼ਬਰਦਸਤ ਵਿਰੋਧ ਹੋਇਆ ਸੀ ਉਸ ਵੇਲੇ, ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਹਾਲਾਤ ਬਣੇ, ਅਕਾਲੀ ਦਲ ਨੇ ਕਪੂਰੀ ਮੋਰਚਾ ਜਿਹੜਾ ਹੈਗਾ ਉਹ ਕੱਢਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹਾਲਾਤ ਵਰਸਟ ਜਿਹੜਾ ਹੈਗਾ ਪੋਜੀਸ਼ਨ ਦੇ ਵਿੱਚ ਵੀ ਗਏ। 1985 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਲੇ ਸਮਝੌਤਾ ਹੋਇਆ। ਸਮਝੌਤੇ ਮੁਤਾਬਿਕ ਇਰਾਡੀ ਟ੍ਰਿਬਿਊਨਲ ਦਾ ਗਠਨ ਹੋਇਆ ਤੇ 1987 ਵਿੱਚ ਟ੍ਰਿਬਿਊਨਲ ਨੇ ਆਪਣੀ ਰਿਪੋਰਟ ਜਿਹੜਾ ਹੈਗਾ ਉਹ ਸੌਂਪੀ ਸੀਗੀ। ਇਰਾਡੀ ਟ੍ਰਿਬਿਊਨਲ ਨੇ ਪੰਜਾਬ ਦੇ ਪਾਣੀ ਦਾ ਕੋਟਾ ਵਧਾ ਕੇ 5 MAF ਕੀਤਾ ਗਿਆ ਸੀ ਤੇ ਹਰਿਆਣਾ ਨੂੰ 3.83 MAF ਪਾਣੀ ਦੇਣ ਦੀ ਸਿਫਾਰਿਸ਼ ਕੀਤੀ ਗਈ ਸੀ ਇਸ ਟ੍ਰਿਬਿਊਨਲ ਦੇ ਰਾਹੀਂ। 1 ਨਵੰਬਰ 1966 ਨੂੰ ਪੰਜਾਬ ਤੋਂ ਵੱਖ ਹੋ ਕੇ ਹਰਿਆਣਾ ਬਣਿਆ ਸੀ, ਵੱਖਰਾ ਸੂਬਾ ਬਣਿਆ ਸੀ ਤੇ ਵੱਖਰਾ ਸੂਬਾ ਬਣਨ ਤੋਂ ਬਾਅਦ ਹਰਿਆਣਾ ਦੀ ਹੋਂਦ ਤੋਂ ਹੀ ਪਾਣੀ ਦੇ ਵੰਡ ਤੇ ਵਿਵਾਦ ਹੈ। ਵੱਖਰਾ ਸੂਬਾ ਬਣਨ ਤੋਂ ਬਾਅਦ 2-3 ਚੀਜ਼ਾਂ ਤੇ ਵਿਵਾਦ ਰਿਹਾ। ਚੰਡੀਗੜ੍ਹ ਆਪਣੇ ਆਪ ਵਿੱਚ ਇੱਕ ਮਸਲਾ ਰਿਹਾ ਹੈ, ਫਿਰ ਪੰਜਾਬੀ ਬੋਲਦੇ ਇਲਾਕੇ ਤੇ ਹਿੰਦੀ ਬੋਲਦੇ ਇਲਾਕਿਆਂ ਦਾ ਜ਼ਿਕਰ ਹੁੰਦਾ ਹੈ। ਹਰਿਆਣਾ ਇਰਾਡੀ ਟ੍ਰਿਬਿਊਨਲ ਦੇ ਮੁਤਾਬਿਕ ਪਾਣੀ ਮੰਗ ਰਿਹਾ ਹੈ। ਇਰਾਡੀ ਟ੍ਰਿਬਿਊਨਲ ਦੇ ਮੁਤਾਬਿਕ ਪਾਣੀ ਦੀ ਵੰਡ ਕੀਤੀ ਜਾਵੇ। ਪੰਜਾਬ ਕਿਸੇ ਵੀ ਕੀਮਤ ਤੇ ਪਾਣੀ ਨਹੀਂ ਦੇਣਾ ਚਾਹੁੰਦਾ ਔਰ ਸਾਫ਼ ਕਰ ਚੁੱਕਿਆ ਕਿ ਪਾਣੀ ਸਾਡੇ ਕੋਲ ਹੈ ਹੀ ਨਹੀਂ। ਇੱਕ ਤੁਪਕਾ ਵੀ ਪਾਣੀ ਨਹੀਂ ਹੈਗਾ ਕਿਸੇ ਹੋਰ ਸਟੇਟ ਨੂੰ ਦੇਣ ਦੇ ਲਈ। ਰਾਈਪੇਰੀਅਨ ਸਿਧਾਂਤ ਦੇ ਮੁਤਾਬਿਕ ਪੰਜਾਬ ਦੇ ਵੱਲੋਂ ਪਾਣੀ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਤੇ ਪਿਛਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ। ਰਾਈਪੇਰੀਅਨ ਸਿਧਾਂਤ ਦੇ ਮੁਤਾਬਿਕ ਪੰਜਾਬ ਵੱਲੋਂ ਇਹ ਇਨਕਾਰ ਕੀਤਾ ਜਾਂਦਾ ਹੈ। ਸਿਧਾਂਤ ਦੇ ਮੁਤਾਬਿਕ ਜੇ ਸੂਬੇ ਤੋਂ ਕੋਈ ਦਰਿਆ ਵਗਦਾ ਹੈ ਉਸ ਤੇ ਉਸੇ ਦਾ ਹੱਕ ਹੁੰਦਾ ਹੈ ਤੇ ਇਸ ਸਭ ਦੇ ਵਿਚਾਲੇ ਜਿਹੜਾ ਹੈਗਾ ਪੰਜਾਬ ਮਨਾ ਕਰਦਾ ਰਿਹਾ। 12.24 MAF ਪਾਣੀ ਜਿਹੜਾ ਹੈਗਾ ਸੀਐਮ ਭਗਵੰਤ ਮਾਨ ਦਾ ਇਹ ਦਾਅਵਾ ਹੈ ਕਿ ਉਹ ਪੰਜਾਬ ਦਾ ਹੈ। 14.10 MAF ਪਾਣੀ ਹਰਿਆਣਾ ਦੇ ਕੋਲ ਹੈ ਤੇ ਰਾਵੀ ਬਿਆਸ ਸਮਝੌਤਾ ਜਿਹੜਾ ਹੈਗਾ ਉਸ ਦੇ ਮੁਤਾਬਿਕ ਪੰਜਾਬ ਦੇ ਕੋਲ 4.22 MAF ਪਾਣੀ ਹੈਗਾ, ਹਰਿਆਣਾ ਕੋਲ 3.5 MAF ਪਾਣੀ ਹੈਗਾ। ਸਤਲੁਜ ਪੰਜਾਬ ਦੇ ਕੋਲ 8.2 MAF ਪਾਣੀ ਹੈਗਾ, ਹਰਿਆਣਾ ਕੋਲ 4.33 MAF ਪਾਣੀ ਹੈ ਤੇ ਯਮੁਨਾ 'ਚ ਪੰਜਾਬ ਦੇ ਕੋਲ ਕੁਝ ਵੀ ਨਹੀਂ ਹੈਗਾ, ਜਦਕਿ ਹਰਿਆਣਾ ਦੇ ਕੋਲ 4.65 MAF ਪਾਣੀ ਹੈਗਾ। ਤੇ ਸ਼ਾਰਦਾ ਯਮੁਨਾ ਲਿੰਕ ਜੇਕਰ ਦੇਖੀ ਜਾਵੇ ਤਾਂ ਉਸ ਦੇ ਵਿੱਚ ਵੀ ਪੰਜਾਬ ਦੇ ਕੋਲ ਕੁਝ ਨਹੀਂ ਹੈਗਾ, ਜਦਕਿ ਹਰਿਆਣਾ ਕੋਲ 1.62 MAF ਪਾਣੀ ਜਿਹੜਾ ਹੈਗਾ ਉਸ ਸ਼ਾਰਦਾ ਯਮੁਨਾ ਲਿੰਕ 'ਚੋਂ ਹੈਗਾ। अरे यार भाई लग रहा है मुझे यार ये मीटिंग बुलाई सुप्रीम कोर्ट से सलाह के मुताबिक कि दोनों पिता के मुख्यमंत्री ना बैठ के सेंटर गल कर ले, किसी भी तरह से गल कर लो, पर ਅਸੀਂ ਚੁੱਪ ਸੁਣ ਲੈਣ ਦੋ। ਪੰਜਾਬ ਦਾ ਜਿਹੜਾ ਪੱਖ ਹੈ ਬੜੇ ਪੁਖਤਾ ਤਰੀਕੇ ਨਾਲ ਰੱਖਿਆ। ਸਾਡੇ ਆਫੀਸਰ ਸਾਹਿਬਾਨ ਔਰ ਸੈਕਟਰੀ ਇਰੀਗੇਸ਼ਨ ਸਾਡੇ ਜਿੰਨੇ ਵੀ ਅਫਸਰ ਸੀਗੇ ਅਸੀਂ ਸਾਰਾ ਹੋਮਵਰਕ ਕਰਕੇ ਤੇ ਆਏ ਯਾਰ ਭਾਈ ਆ ਤਾਂ ਇਸਕੋ नीचे करो ਕਿ ਸਾਡੇ ਕੋਲੇ ਪਾਣੀ ਹੈ ਨਹੀਂ। ਅਸੀਂ SYL ਕਿਵੇਂ ਬਣਾ ਦਈਏ ਜਦੋਂ ਸਾਡੇ ਕੋਲ ਪਾਣੀ ਹੀ ਹੈ ਨਹੀਂ। ਔਰ 17.17 ਮਿਲੀਅਨ ਏਕੜ ਫੀਟ 1921 ਤੋਂ 1960 ਦੀ ਫਲੋ ਸੀਰੀਜ਼ ਦੇ ਵਿੱਚ ਪੰਜਾਬ ਕੋਲ ਸੀ 17.17 ਮਿਲੀਅਨ ਏਕੜ ਫੀਟ, ਜਿਹੜਾ ਕਿ ਘਟ ਕੇ 1981 ਤੋਂ 2021 यार इसको हटाओ तो सही, कैमरे के सामने आ रहा है यार। 2021 ਦੀ ਫਲੋ ਸੀਰੀਜ਼ ਦੇ ਮੁਤਾਬਕ ਉਹ 13.25 13.25 ਰਹਿ ਗਿਆ, ਹੁਣ ਹੋਰ ਵੀ ਘਟ ਗਿਆ। ਤਾਂ ਜਿਹੜੀ ਟ੍ਰਿਬਿਊਨਲ ਹੈ ਉਹ 33 ਸਾਲ ਤੋਂ ਵੱਧ ਪੁਰਾਣੀ ਹੋ ਗਈ, ਜਦਕਿ ਇੰਟਰਨੈਸ਼ਨਲ ਲਾਅ ਕਹਿੰਦੇ ਨੇ 25 ਸਾਲ ਬਾਅਦ ਰਿਵਿਊ ਕਰਨਾ ਚਾਹੀਦਾ, ਟ੍ਰਿਬਿਊਨਲ ਨੂੰ ਦੁਬਾਰਾ ਬਣਾਉਣਾ ਚਾਹੀਦਾ, ਪਾਣੀ ਦੇਖਣਾ ਚਾਹੀਦਾ ਕਿੰਨਾ ਘਟ ਗਿਆ ਕਿੰਨਾ ਵੱਧ ਗਿਆ, ਉਹ ਨਹੀਂ ਹੋਇਆ।
ਰਿਵਿਊ ਕਰਨਾ ਚਾਹੀਦਾ ਟ੍ਰਿਬਿਊਨਲ ਨੂੰ, ਦੁਬਾਰਾ ਬਣਾਉਣਾ ਚਾਹੀਦਾ ਹੈ, ਪਾਣੀ ਦੇਖਣਾ ਚਾਹੀਦਾ ਕਿੰਨਾ ਘਟ ਗਿਆ ਕਿੰਨਾ ਵੱਧ ਗਿਆ, ਉਹ ਨਹੀਂ ਹੋਇਆ। खड़ा पता नहीं मुझे ये नहीं पता बट ਸੋ ਅਸੀਂ 12.24 ਪੰਜਾਬ ਜਿਹੜਾ ਹੈ ਸਤਲੁਜ ਚੋਂ अमित प्रेम से कर 8.02 ਮਿਲੀਅਨ ਏਕੜ ਫੀਟ ਪੰਜਾਬ ਨੂੰ ਮਿਲ ਰਿਹਾ ਹੈ, 4.33 ਹਰਿਆਣਾ ਨੂੰ ਮਿਲ ਰਿਹਾ ਹੈ, ਯਮੁਨਾ ਚੋਂ 0 ਹਰਿਆਣਾ ਨੂੰ ਪੰਜਾਬ ਨੂੰ ਮਿਲ ਰਿਹਾ 0, 4.65 ਹਰਿਆਣਾ ਨੂੰ ਮਿਲ ਰਿਹਾ ਹੈ, ਸ਼ਾਰਦਾ 0 ਪੰਜਾਬ ਨੂੰ 1.62 ਹਰਿਆਣਾ, ਟੋਟਲ 12.24 ਸਾਡੇ ਕੋਲੇ, 12.12 ਉਹਨਾਂ ਕੋਲੇ, ਤੇ ਸਾਡੇ ਪੰਜਾਬ ਦੇ 150 ਦੇ ਵਿੱਚੋਂ 117 ਬਲਾਕ ਮੀਨਸ 78% ਬਲਾਕ ਜਿਹੜੇ ਪੰਜਾਬ ਦੇ ਨੇ ਉਹ ਡਾਰਕ ਜ਼ੋਨ 'ਚ ਚਲੇ ਗਏ। ਸਾਡਾ ਤਾਂ ਧਰਤੀ ਦਾ ਵੀ ਨਹੀਂ ਪਾਣੀ ਬਚਿਆ, ਸਾਡਾ ਕਨਾਲ ਸਿਸਟਮ, ਨਹਿਰੀ ਸਿਸਟਮ ਆਜ਼ਾਦੀ ਤੋਂ ਪਹਿਲਾਂ ਦਾ ਹੈ। ਮਤਲਬ ਮੋਗੇ ਵਾਲੇ ਵੀ ਕਹਿੰਦੇ ਨੇ ਅਸੀਂ ਟੇਲ ਤੇ ਆ, ਜੇ ਮੋਗਾ ਟੇਲ ਤੇ ਤਾਂ ਮਤਲਬ ਉੱਥੇ ਪਾਣੀ ਨਹੀਂ ਪਹੁੰਚ ਰਿਹਾ। ਸਾਡੀਆਂ ਨਹਿਰਾਂ ਦਾ ਸਿਸਟਮ ਦੇ ਵਾਸਤੇ 1 ਰੁਪਈਆ ਨਹੀਂ ਦਿੱਤਾ ਸੈਂਟਰ ਨੇ, ਪਾਣੀ ਮੰਗੀ ਜਾਂਦੇ ਆ, ਕਿਵੇਂ ਦੇ ਦਈਏ? ਸਾਡੇ ਨਹਿਰਾਂ ਦਾ ਸਿਸਟਮ, ਸਾਡੀਆਂ ਕੱਸੀਆਂ, ਸਾਡੇ ਸੂਏ ਸਾਰੇ ਬੰਦ ਪਏ ਨੇ, ਸਾਨੂੰ ਕੋਈ ਫੰਡ ਦਿਓ, ਅਸੀਂ ਆਪਣੇ ਨਹਿਰਾਂ ਕੱਸੀਆਂ ਸੂਏ ਚਲਾਈਏ। 14 ਲੱਖ ਟਿਊਬਵੈੱਲ ਨੇ ਪੰਜਾਬ 'ਚ ਧਰਤੀ 'ਚੋਂ ਪਾਣੀ ਕੱਢਣ ਲਈ। ਇੱਕ ਝੋਨੇ ਦੇ ਸੀਜ਼ਨ 'ਚ ਇੰਨਾ ਪਾਣੀ ਕੱਢ ਲੈਂਦੇ ਆ ਕਿ 1 ਕਿਲੋ ਚੌਲ ਪੈਦਾ ਕਰਨ ਵਾਸਤੇ 3800 ਲੀਟਰ ਪਾਣੀ ਇਸਤੇਮਾਲ ਕਰ ਰਹੇ ਹਾਂ। ਅਸੀਂ ਦੇਸ਼ ਨੂੰ ਚੌਲ ਨਹੀਂ, ਅਸੀਂ ਪਾਣੀ ਐਕਸਪੋਰਟ ਕਰ ਰਹੇ ਹਾਂ, ਆਪਣਾ ਪਾਣੀ ਦੇਤਾ ਅਸੀਂ। ਤੇ ਹੁਣ ਜਦੋਂ ਚੌਲ ਇਧਰੋਂ ਉਧਰੋਂ ਪੈਦਾ ਹੋਣ ਲੱਗੇ, ਹੁਣ FCI ਕਹਿੰਦੀ ਤੁਸੀਂ ਹੋਰ ਕੁਝ ਬੀਜਿਆ ਕਰੋ। ਸੋ ਦੂਜੇ ਪਾਸੇ ਜਿਹੜੀ ਟ੍ਰਿਬਿਊਨਲ ਹੈ ਉਹਦੇ ਵਿੱਚ ਹਜੇ 4/3/2023 ਨੂੰ ਪੇਸ਼ੀ ਹੈ। ਟ੍ਰਿਬਿਊਨਲ ਚੈੱਕ ਕਰ ਲੇ ਪਾਣੀ ਕਿੰਨਾ ਹੈ। ਇੱਕ ਗੱਲ ਮੈਂ ਅੱਜ ਕਹੀ ਕਹਿੰਦੇ ਵੀ ਅਲਟਰਨੇਟਿਵ ਕੀ ਹੈ, ਮੈਂ ਕਿਹਾ ਵੀ ਅਲਟਰਨੇਟਿਵ ਦੇ ਨਾਂ ਦੇ ਵਿੱਚ ਹੀ ਹੈ, SYL ਦੀ ਬਜਾਏ YSL ਕਰ ਦੋ। ਸਤਲੁਜ ਯਮੁਨਾ ਲਿੰਕ ਦੀ ਬਜਾਏ ਯਮੁਨਾ ਸਤਲੁਜ ਲਿੰਕ ਕਰ ਲੋ। ਯਮੁਨਾ ਚੋਂ ਸਤਲੁਜ ਨੂੰ ਪਾਣੀ ਦੇ ਦਿਓ, ਵਿੱਚ ਹਰਿਆਣਾ ਆਊਗਾ ਉਹਨੂੰ ਦੇ ਦਿਓ, ਪਰ ਸਾਡੇ ਸਤਲੁਜ ਨੂੰ ਤਾਂ ਬਚਾਓ। ਸਤਲੁਜ ਤਾਂ ਇੱਕ ਸੂਆ ਬਣ ਕੇ ਰਹਿ ਗਿਆ, ਸਤਲੁਜ ਤਾਂ ਇੱਕ ਨਹਿਰ ਵੀ, ਮਤਲਬ ਨਹਿਰ ਜੋਗਾ ਪਾਣੀ ਵੀ ਸਤਲੁਜ ਕੋਲੇ ਹੈ ਨਹੀਂ। ਸੋ SYL ਦੀ ਬਜਾਏ YSL ਬਣਾਓ। ਉਹ ਗੰਗਾ ਯਮੁਨਾ ਜਿਹੜੀ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਸਾਰੇ ਅੱਧੇ ਮੁਲਕ ਨੂੰ, ਬਿਹਾਰ ਬੰਗਾਲ, ਉਹਦੀ ਬਜਾਏ ਉਹ ਪਾਣੀ ਵਾਇਆ ਹਰਿਆਣਾ ਸਤਲੁਜ ਨੂੰ ਦੇ ਦਿਓ। SYL ਦੀ ਬਜਾਏ YSL ਬਣਾ ਲਓ, ਸਾਨੂੰ ਕੋਈ ਇਹਦੇ 'ਚ ਪ੍ਰੋਬਲਮ ਨਹੀਂ। ਯਮੁਨਾ 'ਚੋਂ ਪਾਣੀ ਸਤਲੁਜ ਨੂੰ ਦਿਓ, ਜਾਂਦੇ ਜਾਂਦੇ ਰਸਤੇ ਦੇ ਵਿੱਚ ਉਹ ਹਰਿਆਣੇ ਨੂੰ ਦੇ ਦੇਣ, ਸਾਨੂੰ ਕੋਈ ਦਿੱਕਤ ਨਹੀਂ। ਪਰ ਸਾਡੇ ਕੋਲੇ ਕੋਈ ਪਾਣੀ ਨਹੀਂ ਕਿ ਅਸੀਂ ਹਰਿਆਣਾ ਨੂੰ ਦੇ ਦਈਏ। ਬਾਕੀ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ, ਅਸੀਂ ਆਪਣਾ ਪੱਖ ਰੱਖਤਾ। ਪੰਜਾਬੀ 'ਚ ਮੈਂ ਫੇਰ ਕਹਿ ਦਿੰਦਾ, ਜਿਹੜੀ ਚੀਜ਼ ਸਾਡੇ ਕੋਲੇ ਹੈ ਹੀ ਨਹੀਂ ਉਹ ਕਿਵੇਂ ਦੇ ਦਈਏ? ਸਾਡੇ ਕੋਲੇ ਹੈ ਨਹੀਂ ਪਾਣੀ, ਜਿਹੜਾ ਉਹ ਸਾਡਾ ਤਾਂ ਧਰਤੀ ਵਾਲਾ ਪਾਣੀ ਵੀ ਖਤਮ, ਸਾਡਾ ਨਹਿਰੀ ਪਾਣੀ ਵੀ ਖਤਮ, ਸਾਡਾ ਤਾਂ ਸੂਬੇ ਦਾ ਨਾਂ ਹੀ 5 आब रह गया। 5 पानी 5 आब, अदरवाइज हमारे पास पानी नहीं है। किसी भी, हरियाणा हमारा छोटा भाई है, हम चाहते हैं हरियाणा को पानी मिले, लेकिन वो यमुना से गंगा से ले लेना। अगर शारदा तक जा सकती है यमुना, तो करनाल तक नहीं जा सकती, फिर तो रोहतक तक नहीं जा सकती। ये तो अपना इन्होंने पिछले दिन ही बढ़ाया है, इन्होंने मोटिवेट किया है कि यहाँ पैडी उगाओ, मतलब धान उगाओ। चरखी दादरी, भिवानी, गुड़गांव, सिरसा, हिसार, फतेहाबाद, रेवाड़ी, झज्जर, मतलब कहीं पे 46,000 एकड़, कहीं पे 1,28,000 एकड़। ये कह रहे हैं धान पैदा करो, और हमें कह रहे हैं धान बंद करके पानी दो। हमें कमाल है, ऐसे कैसे हो जाएगा? सो बतौर पंजाब के मुख्यमंत्री, बतौर लोगों का 3 करोड़ लोगों का विश्वास मैं यहाँ पे लेके आया था। और मैं फिर दोबारा कहता हूँ, हिंदी में बोल देता हूँ, SYL पे आज बात हुई थी, इसका एक ही अल्टरनेट, हालांकि मैं आपको अगर पढ़ के सुना दूँ
ये सुप्रीम कोर्ट का ऑर्डर है. इट विल बी ओपन टू द पार्टीज टू एग्री टू ए सिचुएशन एज टू हाउ द डिक्री कैन बी वर्कड आउट और एन अल्टरनेटिव कैन बी थॉट ऑफ बाय कंसेंट ऑफ बोथ स्टेट्स. अल्टरनेटिव ये है, इसको SYL की जगह YSL कर दो. यमुना से सतलुज को पानी दो, बीच में से हरियाणा को जितना मर्जी दे दो, हमें दिख नहीं. लेकिन हमारा सतलुज बचाने के चक्कर में हम सतलुज बच जाए. सतलुज एक नदी, एक छोटा नाला बनता जा रहा है, तो हमारे पास पानी नहीं है, इसलिए हम किसी और स्टेट को पानी नहीं. ਸਾਡੇ ਜੱਜ ਆਉਣਗੇ, ਸਾਡੇ ਵਕੀਲ ਆਉਣਗੇ, ਸਾਡੇ ਬੈਸਟ ਜਿਹੜੇ ਵਕੀਲ ਨੇ ਅਸੀਂ ਭੇਜਾਂਗੇ. ਜੋ ਮਾਨਯੋਗ ਸੁਪਰੀਮ ਕੋਰਟ ਕਹੂਗੀ ਅਸੀਂ ਲੜਾਂਗੇ ਕੇਸ. सर मंत्री साहब की तरफ से भी और कुछ कहा है? ਨਹੀਂ, ਮੰਤਰੀ ਸਾਹਿਬ ਨੇ ਕਿਹਾ ਕਿ ਜੇ ਬਣਦੀ ਹੈ ਗੱਲ ਤਾਂ ਠੀਕ ਹੈ. ਅਸੀਂ ਕਿਹਾ ਜੀ ਸਾਡੇ ਕੋਲ ਹੈ ਨਹੀਂ ਪਾਣੀ. ਹਰਿਆਣਾ ਕਹਿੰਦਾ ਜੀ ਸਾਨੂੰ ਚਾਹੀਦਾ. ਪਰ ਇਸ ਤੇ ਕੇਂਦਰ ਦਾ ਕੀ ਕਹਿਣਾ? ਇਸ ਤੇ ਕੇਂਦਰ ਦਾ ਕੀ ਕਹਿਣਾ? ਕੇਂਦਰ ਨੇ ਸਿਰਫ ਇਹ ਕਿਹਾ ਜੇ ਸਹਿਮਤੀ ਬਣਦੀ ਹੈ ਠੀਕ ਹੈ, ਨਹੀਂ ਤਾਂ ਸੁਪਰੀਮ ਕੋਰਟ 'ਚ ਕੇਸ ਚੱਲ ਰਿਹਾ. ਅਸੀਂ ਵੀ ਆਪਣੇ ਬੈਸਟ ਵਕੀਲ ਭੇਜਾਂਗੇ. ਹਾਂ, ਇਸ ਤੋਂ ਪਹਿਲਾਂ ਇਹ ਕੇਸ ਕਦੋਂ ਸ਼ੁਰੂ ਹੋਇਆ? ਬਾਦਲ ਸਾਹਿਬ ਵੇਲੇ ਜੀ, ਦੇਵੀ ਲਾਲ ਵੇਲੇ, ਜਦੋਂ ਐਸਟੀਮੇਟ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਜੀ, ਵਿਧਾਨ ਸਭਾ 'ਚ ਬੋਲਿਆ ਦੇਵੀ ਲਾਲ ਜੀ ਨੇ ਕਿ ਮੈਂ ਆਪਣੇ ਦੋਸਤ ਪ੍ਰਕਾਸ਼ ਸਿੰਘ ਬਾਦਲ ਤੋਂ ਆਹ ਕੰਮ ਕਰਾ ਲਿਆ. 2 ਕਰੋੜ ਖਜ਼ਾਨੇ 'ਚ ਗਿਆ, ਜਿਹੜਾ ਖਜ਼ਾਨੇ 'ਚ ਨਹੀਂ ਗਿਆ ਉਹਦੇ ਬਾਰੇ ਆਪਾਂ ਕਦੇ ਫੇਰ ਗੱਲ ਕਰ ਲਾਂਗੇ, ਠੀਕ ਹੈ. ਉਸ ਤੋਂ ਬਾਅਦ 1984 ਦੇ ਵਿੱਚ 81 ਦੇ ਵਿੱਚ ਚਾਂਦੀ ਦੀ ਕਹੀ ਨਾਲ ਟੱਕ ਲਾਇਆ ਕਪੂਰੀ ਪਿੰਡ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿ ਉਦਘਾਟਨ ਕਰ ਦਿੰਦੇ ਆ. ਤੇ ਉਹ ਕੱਲ ਦੇ ਮੈਨੂੰ ਕਹੀ ਜਾਂਦੇ ਨੇ ਸਾਤੋਂ ਸਲਾਹ ਲੈ ਕੇ ਜਾਇਓ, ਕਿਤੇ ਕੋਈ ਗਲਤ ਨਾ ਕਰ ਦਿਓ. ਜਿਨ੍ਹਾਂ ਨੇ ਸ਼ੁਰੂ ਕਰਾਇਆ, ਜਿਨ੍ਹਾਂ ਨੇ ਕੰਡੇ ਬੀਜੇ ਨੇ, ਮੈਂ ਉਹਨਾਂ ਤੋਂ ਸਲਾਹ ਲੈ ਕੇ ਜਾਵਾਂ? ਕੋਈ ਗੱਲ ਨਹੀਂ. ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ, ਪੰਜਾਬ ਦੇ ਰਾਹ 'ਚ ਜਿਹੜਾ ਵੀ ਕੰਡਾ ਆਊਗਾ, ਭਾਵੇਂ ਉਹ SYL ਦਾ, ਭਾਵੇਂ ਉਹ ਡਰੱਗ ਦਾ, ਭਾਵੇਂ ਉਹ ਲਾਅ ਐਂਡ ਆਰਡਰ ਦਾ, ਭਾਵੇਂ ਉਹ ਰੋਜ਼ਗਾਰ ਦਾ, ਭਾਵੇਂ ਮਹਿੰਗਾਈ ਦਾ, ਭਾਵੇਂ ਗਰੀਬੀ ਦਾ, ਜਿੰਨੇ ਵੀ ਕੰਡੇ ਨੇ ਪੰਜਾਬ ਦੇ ਰਾਹਾਂ 'ਚੋਂ ਚੁਗਾਂਗੇ. ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਵਿੱਚ ਮੀਟਿੰਗ ਕਰਨ ਤੋਂ ਬਾਅਦ ਜਿਹੜੀ ਬਾਹਰ ਨਿਕਲੇ ਨੇ, ਬੇਸਿੱਟਾ ਮੀਟਿੰਗ ਰਹੀ ਹੈ, ਕੋਈ ਸਿੱਟਾ ਨਹੀਂ ਨਿਕਲ ਸਕਿਆ. ਹਾਲਾਂਕਿ ਮੁੱਖ ਮੰਤਰੀ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜਾ ਅਲਟਰਨੇਟਿਵ ਹੈ ਉਹ ਇਸ ਦੇ ਨਾਂ ਦੇ ਵਿੱਚ ਹੀ ਹੈ. SYL ਦਾ ਨਾਂ ਪਲਟ ਕੇ YSL ਕਰ ਦਿਓ, ਸਤਲੁਜ ਯਮੁਨਾ ਲਿੰਕ ਦੀ ਥਾਂ ਤੇ ਕਰ ਦਿਓ ਯਮੁਨਾ ਸਤਲੁਜ ਲਿੰਕ, ਤੇ ਉਸ ਦੇ ਰਾਹੀਂ ਜਿਹੜਾ ਹੈਗਾ ਪੰਜਾਬ ਨੂੰ ਵੀ ਪਾਣੀ ਮਿਲੇਗਾ ਔਰ ਹਰਿਆਣਾ ਨੂੰ ਵੀ ਪਾਣੀ ਮਿਲ ਜਾਏਗਾ. ਵਾਇਆ ਹਰਿਆਣਾ ਇਸ ਨਹਿਰ ਨੂੰ ਕੱਢ ਦਿੱਤਾ ਜਾਵੇ, YSL ਬਣਾ ਦਿੱਤੀ ਜਾਵੇ, ਯਮੁਨਾ ਸਤਲੁਜ ਲਿੰਕ ਬਣਾ ਦਿੱਤਾ ਜਾਵੇ ਤੇ ਪੰਜਾਬ ਤੱਕ ਵੀ ਪਾਣੀ ਆ ਜਾਏਗਾ. ਸਤਲੁਜ ਜਿਹੜਾ ਹੈਗਾ ਉਹ ਦਰਿਆ ਨਹੀਂ ਰਿਹਾ, ਹੁਣ ਜਿਹੜਾ ਹੈਗਾ ਉਹ ਸੁੰਗੜ ਚੁੱਕਿਆ ਹੈ. ਉਸ ਦੇ ਲਈ ਹੁਣ ਸਾਡੇ ਕੋਲ ਪਾਣੀ ਨਹੀਂ ਹੈਗਾ. YSL ਜਿਹੜਾ ਹੈਗਾ ਜੇਕਰ ਉਹ ਬਣੇਗੀ ਤਾਂ ਸਾਨੂੰ ਵੀ ਪਾਣੀ ਮਿਲੇਗਾ, ਹਰਿयाणा ਨੂੰ ਵੀ ਪਾਣੀ ਮਿਲੇਗਾ. ਪੰਜਾਬ ਦਾ ਪੱਖ तो करेंगे, कोर्ट में जाएंगे, लड़ाई लड़ेंगे, वकील हमारे भी होंगे, उनके भी होंगे. अब वो पुराने 1964 के 1981 के बात कर रहे हैं, वो सारे एग्रीमेंट जो हैं वो रिव्यू भी नहीं हुए. YSL, यमुना से सतलुज को पानी दे दो, SYL की जगह YSL कर लो. यमुना से सतलुज को पानी दे दो, रास्ते में हरियाणा आता है उसको दे दो. YSL एक नया फार्मूला YSL, क्योंकि इस उपाय से इस मसले का हल निकल सकता है, ऐसा कहना है पंजाब के मुख्यमंत्री भगवंत मान का. क्योंकि SYL ये मुद्दा है, मगर YSL की बात करते हुए नजर आ रहे हैं पंजाब के मुख्यमंत्री भगवंत मान, क्योंकि साफ तौर पे कहना है कि पंजाब के पास पानी नहीं है. आखिर पंजाब पानी कैसे देगा? तकरीबन 1 घंटे ये बैठक रही. केंद्र सरकार, हरियाणा सरकार, पंजाब सरकार, दोनों राज्य और केंद्र के साथ ये बैठक तकरीबन 1 घंटे चली, जहां दोनों सरकारों ने अपनी बात रखी. मगर भगवंत मान ने साफ तौर पर अपनी बात रखते हुए वो यहाँ से रवाना हो रहे हैं और उनका कहना है कि SYL की जगह YSL यानी यमुना से सतलुज को पानी दे दिया जाए. इस मसले का यही एकमात्र हल भगवंत मान ने मीडिया से रूबरू होते हुए बताया. नई दिल्ली से कैमरा ਸੋ ਯਮੁਨਾ ਸਤਲੁਜ ਲਿੰਕ ਬਣਾ ਲਿਆ ਜਾਵੇ. ਭਗਵੰਤ ਮਾਨ ਨੇ ਇਹ ਕਿਹਾ ਹੈ ਯਮੁਨਾ ਤੋਂ ਸਤਲੁਜ ਨੂੰ ਪਾਣੀ ਦਿੱਤਾ ਜਾਵੇ, ਯਮੁਨਾ ਤੋਂ ਹਰਿਆਣੇ ਨੂੰ ਪਾਣੀ ਦਿਓ,
ਔਰ ਉਸ ਤੋਂ ਬਾਅਦ ਉਸ ਨੂੰ ਪੰਜਾਬ ਦੇ ਵਿੱਚ ਐਂਟਰ ਕਰਾਓ। YSL ਬਣਾਓ, SYL ਦੀ ਲੋੜ ਨਹੀਂ, YSL ਬਣਾਓ। ਸਤਲੁਜ ਦੇ ਵਿੱਚ ਪਾਣੀ ਨਹੀਂ ਹੈਗਾ। ਯਮੁਨਾ ਤੋਂ ਹਰਿਆਣਾ ਨੂੰ ਪਾਣੀ ਦੇਣ ਤੇ ਕੋਈ ਇਤਰਾਜ਼ ਅਸੀਂ ਨਹੀਂ ਚੁੱਕਾਂਗੇ। ਯਮੁਨਾ ਤੋਂ ਹਰਿਆਣਾ ਨੂੰ ਵੀ ਪਾਣੀ ਮਿਲ ਜਾਏਗਾ ਔਰ ਸਤਲੁਜ ਦੇ ਵਿੱਚ ਆ ਕੇ ਜੇਕਰ ਪਾਣੀ ਆਂਦਾ ਉਸਦਾ ਤਾਂ ਸਤਲੁਜ ਨੂੰ ਵੀ ਪਾਣੀ ਮਿਲ ਜਾਏਗਾ ਤੇ YSL ਜਿਹੜਾ ਹੈਗਾ ਉਹ ਬਣਾਇਆ ਜਾਵੇ। ਸੋਲੂਸ਼ਨ ਉਹੀ ਹੈਗਾ। ਪੰਜਾਬ ਦਾ ਪੱਖ ਮਜ਼ਬੂਤੀ ਦੇ ਨਾਲ ਰੱਖਿਆ ਹੈ, ਸਾਰੇ ਫੈਕਟਸ ਗਿਣਾਏ ਨੇ ਔਰ ਸਾਰੀ ਤਸਵੀਰ ਪੇਸ਼ ਕੀਤੀ ਹੈ। ਅਲਟਰਨੇਟਿਵ ਵੀ ਦੇ ਦਿੱਤਾ ਹੈ ਤੇ ਸਾਡੇ ਜਿਸ ਤਰੀਕੇ ਮੁੱਖ ਮੰਤਰੀ ਨੇ ਜਿਸ ਤਰੀਕੇ ਪੂਰੇ ਦਾ ਪੂਰਾ ਸਿਨੈਰੀਓ ਜਿਹੜਾ ਹੈਗਾ ਉਹ ਪੇਸ਼ ਕੀਤਾ ਔਰ ਸਾਡੇ ਸਹਿਯੋਗੀ ਰਵੀ ਜਿਸ ਤਰੀਕੇ ਦੱਸ ਰਹੇ ਸੀਗੇ ਕਿਸ ਤਰੀਕੇ ਪੂਰੀ ਤਿਆਰੀ ਦੇ ਨਾਲ ਮੁੱਖ ਮੰਤਰੀ ਆਏ ਸੀਗੇ। ਇੱਕ ਵਾਰ ਫਿਰ ਤੁਹਾਨੂੰ ਸੁਣਾਉਂਦੇ ਹਾਂ ਕਿ ਮੁੱਖ ਮੰਤਰੀ ਨੇ ਅੰਦਰ ਤੋਂ ਬਾਹਰ ਆਉਣ ਤੇ ਕਿਹਾ ਕੀ ਕੁਝ ਹੈ, ਮੀਡੀਆ ਸਾਹਮਣੇ ਕੀ ਕੁਝ ਕਿਹਾ, ਸੁਣਾਉਂਦੇ ਹਾਂ। ਸਾਡੀਆਂ ਨਹਿਰਾਂ ਦਾ ਸਿਸਟਮ ਦੇ ਵਾਸਤੇ 1 ਰੁਪਈਆ ਨਹੀਂ ਦਿੱਤਾ ਸੈਂਟਰ ਨੇ। ਪਾਣੀ ਮੰਗੀ ਜਾਂਦੇ ਆ, ਕਿਵੇਂ ਦੇ ਦਈਏ? ਸਾਡੇ ਨਹਿਰਾਂ ਦਾ ਸਿਸਟਮ, ਸਾਡੀਆਂ ਕੱਸੀਆਂ, ਸਾਡੇ ਸੂਏ ਸਾਰੇ ਬੰਦ ਪਏ ਨੇ। ਸਾਨੂੰ ਕੋਈ ਫੰਡ ਦਿਓ, ਅਸੀਂ ਆਪਣੇ ਨਹਿਰਾਂ ਕੱਸੀਆਂ ਸੂਏ ਚਲਾਈਏ। 14 ਲੱਖ ਟਿਊਬਵੈੱਲ ਨੇ ਪੰਜਾਬ 'ਚ ਧਰਤੀ 'ਚੋਂ ਪਾਣੀ ਕੱਢਣ ਲਈ। ਇੱਕ ਝੋਨੇ ਦੇ ਸੀਜ਼ਨ 'ਚ ਇੰਨਾ ਪਾਣੀ ਕੱਢ ਲੈਂਦੇ ਆ ਕਿ 1 ਕਿਲੋ ਚੌਲ ਪੈਦਾ ਕਰਨ ਵਾਸਤੇ 3800 ਲੀਟਰ ਪਾਣੀ ਇਸਤੇਮਾਲ ਕਰ ਰਹੇ ਹਾਂ। ਅਸੀਂ ਦੇਸ਼ ਨੂੰ ਚੌਲ ਨਹੀਂ, ਅਸੀਂ ਪਾਣੀ ਐਕਸਪੋਰਟ ਕਰ ਰਹੇ ਹਾਂ। ਆਪਣਾ ਪਾਣੀ ਦੇਤਾ ਅਸੀਂ ਤੇ ਹੁਣ ਜਦੋਂ ਚੌਲ ਇਧਰੋਂ ਉਧਰੋਂ ਪੈਦਾ ਹੋਣ ਲੱਗੇ, ਹੁਣ FCI ਕਹਿੰਦੀ ਤੁਸੀਂ ਹੋਰ ਕੁਝ ਬੀਜਿਆ ਕਰੋ। ਸੋ ਦੂਜੇ ਪਾਸੇ ਜਿਹੜੀ ਟ੍ਰਿਬਿਊਨਲ ਹੈ ਉਹਦੇ ਵਿੱਚ ਹਜੇ 4/3/2023 ਨੂੰ ਪੇਸ਼ੀ ਹੈ। ਟ੍ਰਿਬਿਊਨਲ ਚੈੱਕ ਕਰ ਲੇ ਪਾਣੀ ਕਿੰਨਾ ਹੈ। ਇੱਕ ਗੱਲ ਮੈਂ ਅੱਜ ਕਹੀ ਕਹਿੰਦੇ ਵੀ ਅਲਟਰਨੇਟਿਵ ਕੀ ਹੈ। ਮੈਂ ਕਿਹਾ ਵੀ ਅਲਟਰਨੇਟਿਵ ਦੇ ਨਾਂ ਦੇ ਵਿੱਚ ਹੀ ਹੈ। SYL ਦੀ ਬਜਾਏ YSL ਕਰ ਦੋ। ਸਤਲੁਜ ਯਮੁਨਾ ਲਿੰਕ ਦੀ ਬਜਾਏ ਯਮੁਨਾ ਸਤਲੁਜ ਲਿੰਕ ਕਰ ਲੋ। ਯਮੁਨਾ ਚੋਂ ਸਤਲੁਜ ਨੂੰ ਪਾਣੀ ਦੇ ਦਿਓ, ਵਿੱਚ ਹਰਿਆਣਾ ਆਊਗਾ ਉਹਨੂੰ ਦੇ ਦਿਓ, ਪਰ ਸਾਡੇ ਸਤਲੁਜ ਨੂੰ ਤਾਂ ਬਚਾਓ। ਸਤਲੁਜ ਤਾਂ ਇੱਕ ਸੂਆ ਬਣ ਕੇ ਰਹਿ ਗਿਆ। ਸਤਲੁਜ ਤਾਂ ਇੱਕ ਨਹਿਰ ਵੀ, ਮਤਲਬ ਨਹਿਰ ਜੋਗਾ ਪਾਣੀ ਵੀ ਸਤਲੁਜ ਕੋਲੇ ਹੈ ਨਹੀਂ। ਸੋ SYL ਦੀ ਬਜਾਏ YSL ਬਣਾਓ। ਉਹ ਗੰਗਾ ਯਮੁਨਾ ਜਿਹੜੀ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਸਾਰੇ ਅੱਧੇ ਮੁਲਕ ਨੂੰ, ਬਿਹਾਰ ਬੰਗਾਲ, ਉਹਦੀ ਬਜਾਏ ਉਹ ਪਾਣੀ ਵਾਇਆ ਹਰਿਆਣਾ ਸਤਲੁਜ ਨੂੰ ਦੇ ਦਿਓ। SYL ਦੀ ਬਜਾਏ YSL ਬਣਾ ਲਓ। ਸਾਨੂੰ ਕੋਈ ਇਹਦੇ 'ਚ ਪ੍ਰੋਬਲਮ ਨਹੀਂ। ਯਮੁਨਾ 'ਚੋਂ ਪਾਣੀ ਸਤਲੁਜ ਨੂੰ ਦਿਓ, ਜਾਂਦੇ ਜਾਂਦੇ ਰਸਤੇ ਦੇ ਵਿੱਚ ਉਹ ਹਰਿਆਣੇ ਨੂੰ ਦੇ ਦੇਣ, ਸਾਨੂੰ ਕੋਈ ਦਿੱਕਤ ਨਹੀਂ। ਪਰ ਸਾਡੇ ਕੋਲੇ ਕੋਈ ਪਾਣੀ ਨਹੀਂ ਕਿ ਅਸੀਂ ਹਰਿਆਣਾ ਨੂੰ ਦੇ ਦਈਏ। ਬਾਕੀ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ, ਅਸੀਂ ਆਪਣਾ ਪੱਖ ਰੱਖਤਾ। ਪੰਜਾਬੀ 'ਚ ਮੈਂ ਫੇਰ ਕਹਿ ਦਿੰਦਾ, ਜਿਹੜੀ ਚੀਜ਼ ਸਾਡੇ ਕੋਲੇ ਹੈ ਹੀ ਨਹੀਂ ਉਹ ਕਿਵੇਂ ਦੇ ਦਈਏ? ਸਾਡੇ ਕੋਲੇ ਹੈ ਨਹੀਂ ਪਾਣੀ। ਜਿਹੜਾ ਉਹ ਸਾਡਾ ਤਾਂ ਧਰਤੀ ਵਾਲਾ ਪਾਣੀ ਵੀ ਖਤਮ, ਸਾਡਾ ਨਹਿਰੀ ਪਾਣੀ ਵੀ ਖਤਮ, ਸਾਡਾ ਤਾਂ ਸੂਬੇ ਦਾ ਨਾਂ ਹੀ 5 ਆਬ ਰਹਿ ਗਿਆ। 5 पानी। अब सब आ जाएंगे। मित्रों 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 आज जैसा हमको मालूम है अरे सर माइक तो लगाने दो, जैसा हमको मालूम है नीचे पकड़ो पकड़ो ऊपर पकड़ो, वो माइक नीचे कर लो यार, ऊपर ऊपर नीचे बंधो पकड़ो ऊपर पकड़ो। हाँ वो माइक नीचे कर लो यार, आज जो मीटिंग हुई उस मीटिंग में जैसे सुप्रीम कोर्ट का निर्देश था, उस निर्देश के अनुसार दोनों प्रदेशों के मुख्यमंत्री और केंद्रीय जल संसाधन मंत्री बैठ करके कोई एक SYL के निर्माण में एमिकेबल सॉल्यूशन ये निकलना चाहिए, ये एक मौका दिया था। इस क्रम में
आज तीसरी मीटिंग थी। तीनों मीटिंग में अभी तक उसका कोई भी एमिकल सोल्यूशन की और तरफ हम नहीं बढ़ पाए हैं, क्योंकि सुप्रीम कोर्ट ने जो डिक्री दी है वो डिक्री ये दी है कि एसवाईएल का निर्माण होना चाहिए। उस निर्माण के लिए कोई एमिकेबल सोल्यूशन निकालें, कैसे बनाया जा सकता है। लेकिन हमारे काउंटर पार्ट पंजाब के चीफ मिनिस्टर, उनके जो सारे अधिकारियों की टीम, वो इस विषय को अभी इस एजेंडे पर ही लाने के लिए तैयार नहीं है। उन्होंने कहा कि हमारे पास पानी नहीं है, पानी के बंटवारे पर बात करें। जबकि पानी का बंटवारा ये अलग से ट्रिब्यूनल जो बना हुआ है, ये काम उस ट्रिब्यूनल का है। वो पानी का बंटवारा जैसा भी ट्रिब्यूनल की सिफारिश होगी हम उस हिसाब से बांट लेंगे। लेकिन पहला विषय है कि एसवाईएल बननी चाहिए, तो एसवाईएल बननी चाहिए। इस विषय पर उन्होंने यहाँ तक कह दिया कि हमने तो जो एक्ट बनाया था 2004 में, जिसको वास्तव में सुप्रीम कोर्ट भी उसको निरस्त कर चुका है राष्ट्रपति जी के राय के हिसाब से, लेकिन इसको भी वो मानने के लिए तैयार नहीं है। उन्होंने यहाँ तक कहा है कि हम सुप्रीम कोर्ट के उस वर्डिक्ट को भी मानते नहीं हैं, और ये जो हमारा एक्ट है 2004 का, वो अभी एग्जिस्ट करता है। ये एक सीमा को तोड़ करके कही गई बात है, ये भी उचित नहीं है। सुप्रीम कोर्ट को हम अवगत कराएंगे कि इस विषय को इस सीमा तक वो सोचते हैं, जो बिल्कुल असंवैधानिक है, गलत है। हमारी अभी भी वही बात है कि एसवाईएल नहर बननी चाहिए। सुप्रीम कोर्ट के सामने हमारी ओर से यही बताया जाएगा कि पंजाब उसके लिए तैयार नहीं है, और पंजाब नहीं है तो अल्टीमेटली सुप्रीम कोर्ट उसमें जो निर्णय देंगे वो हमको स्वीकार यमुना से सतलुज को पानी दिया जाए, ये बात देखिए। जब पानी के बंटवारे का सारा हिसाब किताब लगाया गया है, उसमें इन सब नदियों का पानी, चाहे रावी व्यास का पानी है या सतलुज का पानी है या फिर उसमें जमुना का पानी है, सबको अकाउंट फॉर किया हुआ है पहले से। और जो प्री पार्टीशन जो पानी इस पंजाब के हिस्से को मिलता था वो भी अकाउंट फॉर है। इसलिए उस रेशो में जो पानी बांटा गया है उसमें यमुना के पानी को अकाउंट फॉर पहले से किया हुआ है। इसलिए अलग से यमुना छोड़ा हुआ नहीं है, यमुना भी है, सतलुज भी है, रावी व्यास का भी सर्वोच्च पानी है। पार्टीशन से समय का जो पहले पानी उनको मिलता था वो भी उसके अंदर काउंट किया हुआ है। कोई भी एक बूंद पानी उसमें छोड़ा गया नहीं है। पंजाब कहती है कि जब बंटवारा हुआ तो हालात और थे, लेकिन आज पंजाब के बहुत से जो एरिया है वो डार्क जोन में चले गए, तो आज हालात कुछ और है। स्थिति पंजाब की जैसी है, हरियाणा की भी उससे कोई अच्छी नहीं है। हरियाणा का भी डार्क जोन चला गया है। पानी को बचाने का दायित्व ये सभी स्टेट्स का है, लेकिन आज विषय पानी के बंटवारे का नहीं है, आज विषय एसवाईएल नहर को बनाने का है। अगर नहर बनती है तो पानी तो प्रो रेटा जो भी नया ट्रिब्यूनल बना है जो निर्णय देंगे उसके हिसाब से लेंगे, उसमें कहीं कोई झगड़ा नहीं है। लेकिन अगर एसवाईएल नहर बनेगी नहीं, पानी कल को हो सकता है हमारे यहाँ ज़्यादा है हमको उनको देना पड़ेगा, उनके पास ज़्यादा है हमको लेना पड़ेगा। बरसात के दिनों में तो दोनों प्रदेशों में पानी ज़्यादा होता है। इसलिए एसवाईएल चैनल एक बनना, ये सुप्रीम कोर्ट की डिक्री मिल चुकी है, वो जरूरी है। पानी के बंटवारे का विषय उसमें है ही नहीं। धन्यवाद। लेकिन रावी का तो पानी उसमें शामिल ही नहीं है। चलो भाई, चलो ਸੋ ਐਸਵਾਈਐਲ ਤੇ ਸਹਿਮਤੀ ਕੋਈ ਬਣੀ ਨਹੀਂ। ਮੀਟਿੰਗ ਤੋਂ ਬਾਅਦ ਸੀਐਮ ਮਨੋਹਰ ਲਾਲ ਨੇ ਇਹ ਗੱਲ ਕਹੀ ਹੈ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿ ਐਸਵਾਈਐਲ ਬਣਨੀ ਚਾਹੀਦੀ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕਰ ਦਿੱਤਾ ਕਿ ਐਸਵਾਈਐਲ ਦਾ ਇੱਕ ਆਲਟਰਨੇਟ ਹੋ ਸਕਦਾ ਹੈ ਕਿ ਇਸ ਨੂੰ ਵਾਈਐਸਐਲ ਬਣਾ ਦਿੱਤਾ ਜਾਵੇ, ਯਮੁਨਾ ਸਤਲੁਜ ਲਿੰਕ ਬਣਾ ਦਿੱਤਾ ਜਾਵੇ, ਯਮੁਨਾ ਤੋਂ ਪਾਣੀ ਹਰਿਆਣਾ ਨੂੰ ਦੇ ਦਿੱਤਾ ਜਾਵੇ ਔਰ ਪੰਜਾਬ ਨੂੰ ਵੀ ਪਾਣੀ ਮਿਲੇ। ਨਹਿਰ ਬਣਾਉਣ ਲਈ ਪੰਜਾਬ ਤਿਆਰ ਨਹੀਂ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਉਸ ਦਾ ਹੱਕ ਮਿਲਣਾ ਚਾਹੀਦਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਗੱਲ ਕਹੀ ਹੈ। केंद्रीय जल शक्ति मंत्री गजेंद्र शेखावत के नाल मीटिंग सी पंजाब और हरियाणा के मुख्य मंत्रियों की, और मीटिंग खत्म हुई है पर मीटिंग बेसिट्टा रही है। एसवाईएल से कोई सहमति वाला हल नहीं निकलिया। पंजाब ने स्पष्ट कर दिया उसके कोल देने के लिए पानी नहीं हैगा। वाईएसएल बनती है तो पानी हरियाणा को भी मिल सकता है, पंजाब को भी मिल सकता है। पानी की वंड तो पहला एसवाईएल बने, इस सीएम मनोहर लाल ने कहा। पंजाब ने सीमा तो बाहर जाके, हद तो बाहर जाके गल्लां कीतियां ने। एसवाईएल से कोई सहमति वाला हल नहीं निकला।
ਸੋ ਹਰਿਆਣਾ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੋਵੇਂ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸੀਗੇ। ਕਾਫੀ ਲੰਬੀ ਡਿਊਰੇਸ਼ਨ ਸੀਗੀ ਇਸ ਮੀਟਿੰਗ ਦੀ, ਪਰ ਜਿਵੇਂ ਪਹਿਲਾਂ ਦੀਆਂ ਮੀਟਿੰਗਾਂ ਰਹੀਆਂ ਨੇ, ਸਿੱਟਾ ਕੋਈ ਨਹੀਂ ਨਿਕਲਿਆ, ਬੇਸਿੱਟਾ ਰਹੀਆਂ ਨੇ ਮੀਟਿੰਗਾਂ। ਔਰ ਅੱਜ ਵੀ ਤਕਰੀਬਨ ਉਹੀ ਹੋਇਆ। ਅਸੀਂ ਪਹਿਲਾਂ ਨਹਿਰ ਬਣਾਉਣ ਦੀ ਮੰਗ ਰੱਖੀ, ਮਨੋਹਰ ਲਾਲ ਖੱਟਰ ਨੇ ਕਿਹਾ SYL ਪਹਿਲਾਂ ਬਣੇ, ਪਾਣੀ ਦੀ ਵੰਡ ਫੇਰ ਵੇਖਾਂਗੇ। ਪੰਜਾਬ ਨੇ ਸੀਮਾ ਤੋਂ ਬਾਹਰ ਜਾ ਕੇ ਗੱਲਾਂ ਕੀਤੀਆਂ, ਖੱਟਰ ਨੇ ਇਹ ਕਿਹਾ। ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਸਪਸ਼ਟ ਕਰ ਦਿੱਤਾ ਕਿ ਉਹਨਾਂ ਨੇ ਪੰਜਾਬ ਦਾ ਪੱਖ ਪੂਰੀ ਮਜ਼ਬੂਤੀ ਦੇ ਨਾਲ ਰੱਖਿਆ, ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਲਟਰਨੇਟ ਕੀ ਹੈਗਾ ਤਾਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਅਲਟਰਨੇਟ YSL ਹੈਗਾ, ਯਮੁਨਾ ਸਤਲੁਜ ਲਿੰਕ ਅਲਟਰਨੇਟ ਹੈਗਾ। SYL ਬਣਾਉਣ ਦੇ ਨਾਲ ਜਿਹੜਾ ਹੈਗਾ ਹੱਲ ਨਹੀਂ ਨਿਕਲਣਾ, ਕਿਉਂਕਿ ਪੰਜਾਬ ਦੇ ਕੋਲ ਪਾਣੀ ਨਹੀਂ ਹੈਗਾ, ਇੱਕ ਤੁਪਕਾ ਪਾਣੀ ਨਹੀਂ ਹੈਗਾ ਕਿਸੇ ਵੀ ਸੂਬੇ ਨੂੰ ਦੇਣ ਦੇ ਲਈ। ਪੰਜਾਬ ਨੂੰ ਵੀ ਪਾਣੀ ਦੀ ਲੋੜ ਹੈ, ਔਰ ਇਸੇ ਕਰਕੇ ਜੇਕਰ YSL ਬਣਦਾ ਹੈ, ਯਮੁਨਾ ਸਤਲੁਜ ਲਿੰਕ ਬਣਦੀ ਹੈ, ਤਾਂ ਫਿਰ ਪੰਜਾਬ ਨੂੰ ਵੀ ਕੋਈ ਇਤਰਾਜ਼ ਨਹੀਂ ਹੈ। ਇਹ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ। ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਨਜ਼ਰ ਆਏ ਕਿ ਪੰਜਾਬ ਨੇ ਹੱਦ ਤੋਂ ਬਾਹਰ ਜਾ ਕੇ ਗੱਲਾਂ ਕੀਤੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਨੇ ਕਿਸ ਤਰੀਕੇ ਆਪਣਾ ਪੱਖ ਰੱਖਿਆ, ਕੀ ਕੁਝ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੇ, ਇੱਕ ਵਾਰ ਫਿਰ ਤੁਹਾਨੂੰ ਸੁਣਾਉਂਦੇ ਹਾਂ। ਜਿਹੜੀ ਟ੍ਰਿਬਿਊਨਲ ਹੈ ਉਹਦੇ ਵਿੱਚ ਹਜੇ 4/3/2023 ਨੂੰ ਪੇਸ਼ੀ ਹੈ। ਟ੍ਰਿਬਿਊਨਲ ਚੈੱਕ ਕਰ ਲੇ ਪਾਣੀ ਕਿੰਨਾ ਹੈ। ਇੱਕ ਗੱਲ ਮੈਂ ਅੱਜ ਕਹੀ ਕਹਿੰਦੇ ਵੀ ਅਲਟਰਨੇਟਿਵ ਕੀ ਹੈ। ਮੈਂ ਕਿਹਾ ਵੀ ਅਲਟਰਨੇਟਿਵ ਦੇ ਨਾਂ ਦੇ ਵਿੱਚ ਹੀ ਹੈ, SYL ਦੀ ਬਜਾਏ YSL ਕਰ ਲੋ। ਸਤਲੁਜ ਯਮੁਨਾ ਲਿੰਕ ਦੀ ਬਜਾਏ ਯਮੁਨਾ ਸਤਲੁਜ ਲਿੰਕ ਕਰ ਲੋ। ਯਮੁਨਾ ਚੋਂ ਸਤਲੁਜ ਨੂੰ ਪਾਣੀ ਦੇ ਦਿਓ, ਵਿੱਚ ਹਰਿਆਣਾ ਆਊਗਾ ਉਹਨੂੰ ਦੇ ਦਿਓ, ਪਰ ਸਾਡੇ ਸਤਲੁਜ ਨੂੰ ਤਾਂ ਬਚਾਓ। ਸਤਲੁਜ ਤਾਂ ਇੱਕ ਸੂਆ ਬਣ ਕੇ ਰਹਿ ਗਿਆ, ਸਤਲੁਜ ਤਾਂ ਇੱਕ ਨਹਿਰ ਵੀ, ਮਤਲਬ ਨਹਿਰ ਜੋਗਾ ਪਾਣੀ ਵੀ ਸਤਲੁਜ ਕੋਲੇ ਹੈ ਨਹੀਂ। ਸੋ SYL ਦੀ ਬਜਾਏ YSL ਬਣਾਓ। ਉਹ ਗੰਗਾ ਯਮੁਨਾ ਜਿਹੜੀ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਸਾਰੇ ਅੱਧੇ ਮੁਲਕ ਨੂੰ, ਬਿਹਾਰ ਬੰਗਾਲ, ਉਹਦੀ ਬਜਾਏ ਉਹ ਪਾਣੀ ਵਾਇਆ ਹਰਿਆਣਾ ਸਤਲੁਜ ਨੂੰ ਦੇ ਦਿਓ। SYL ਦੀ ਬਜਾਏ YSL ਬਣਾ ਲਓ, ਸਾਨੂੰ ਕੋਈ ਇਹਦੇ 'ਚ ਪ੍ਰੋਬਲਮ ਨਹੀਂ। ਯਮੁਨਾ ਚੋਂ ਪਾਣੀ ਸਤਲੁਜ ਨੂੰ ਦਿਓ, ਜਾਂਦੇ ਜਾਂਦੇ ਰਸਤੇ ਦੇ ਵਿੱਚ ਉਹ ਹਰਿਆਣੇ ਨੂੰ ਦੇ ਦੇਣ। ਸਾਡੇ ਕੋਲੇ ਕੋਈ ਪਾਣੀ ਨਹੀਂ ਕਿ ਅਸੀਂ ਹਰਿਆਣਾ ਨੂੰ ਦੇ ਦਈਏ। ਬਾਕੀ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ, ਅਸੀਂ ਆਪਣਾ ਪੱਖ ਰੱਖਤਾ। ਪੰਜਾਬੀ 'ਚ ਮੈਂ ਫੇਰ ਕਹਿ ਦਿੰਦਾ, ਜਿਹੜੀ ਚੀਜ਼ ਸਾਡੇ ਕੋਲੇ ਹੈ ਹੀ ਨਹੀਂ ਉਹ ਕਿਵੇਂ ਦੇ ਦਈਏ। ਸਾਡੇ ਕੋਲੇ ਹੈ ਨਹੀਂ ਪਾਣੀ, ਜਿਹੜਾ ਉਹ ਸਾਡਾ ਤਾਂ ਧਰਤੀ ਵਾਲਾ ਪਾਣੀ ਵੀ ਖਤਮ, ਸਾਡਾ ਨਹਿਰੀ ਪਾਣੀ ਵੀ ਖਤਮ, ਸਾਡਾ ਤਾਂ सूबे का नाम ही पंज आब रह गया। पांच पानी पंज आब, अदरवाइज हमारे पास पानी नहीं है। इस क्रम में आज तीसरी मीटिंग थी। तीनों मीटिंग में अभी तक उसका कोई भी एमिकल सोल्यूशन की और तरफ हम नहीं बढ़ पाए हैं, क्योंकि सुप्रीम कोर्ट ने जो डिक्री दी है वो डिक्री ये दी है कि SYL का निर्माण होना चाहिए। उस निर्माण के लिए कोई एमिकेबल सोल्यूशन निकालें, कैसे बनाया जा सकता है। लेकिन हमारे काउंटर पार्ट पंजाब के चीफ मिनिस्टर, उनके जो सारे अधिकारियों की टीम, वो इस विषय को अभी इस एजेंडे पर ही लाने के लिए तैयार नहीं है। उन्होंने कहा कि हमारे पास पानी नहीं है, पानी के बंटवारे पर बात करें। इस क्रम में आज तीसरी मीटिंग थी। तीनों मीटिंग में अभी तक उसका कोई भी एमिकल सोल्यूशन की और तरफ हम नहीं बढ़ पाए हैं, क्योंकि सुप्रीम कोर्ट ने जो डिक्री दी है वो डिक्री ये दी है कि SYL का निर्माण होना चाहिए। उस निर्माण के लिए कोई एमिकेबल सोल्यूशन निकालें, कैसे बनाया जा सकता है। लेकिन हमारे काउंटर पार्ट पंजाब के चीफ मिनिस्टर, उनके जो सारे अधिकारियों की टीम, वो इस विषय को अभी इस एजेंडे पर ही लाने के लिए तैयार नहीं है। उन्होंने कहा कि हमारे पास पानी नहीं है, पानी के बंटवारे पर बात करें। पानी का बंटवारा ये अलग से ट्रिब्यूनल जो बना हुआ है, ये काम उस ट्रिब्यूनल का है। वो पानी का बंटवारा जैसा भी ट्रिब्यूनल की सिफारिश होगी हम उस हिसाब से बांट लेंगे। लेकिन पहला विषय है कि SYL बननी चाहिए, तो SYL बननी चाहिए। इस विषय पर उन्होंने यहाँ तक कह दिया कि हमने तो जो एक्ट बनाया था 2004 में, जिसको वास्तव में सुप्रीम कोर्ट भी उसको निरस्त कर चुका है राष्ट्रपति जी के राय के हिसाब से, लेकिन इसको भी वो मानने के लिए तैयार नहीं है। उन्होंने यहाँ तक कहा है कि हम सुप्रीम कोर्ट के उस वर्डिक्ट को भी मानते नहीं हैं, और ये जो हमारा एक्ट है 2004 का, वो अभी एग्जिस्ट करता है। ये एक सीमा को तोड़ करके कही गई बात है, ये भी उचित नहीं है। सुप्रीम कोर्ट को हम अवगत कराएंगे
कि इस विषय को इस सीमा तक वो सोचते हैं जो बिल्कुल असंवैधानिक है, गलत है। हमारी अभी भी वही बात है कि एसवाईएल न बननी चाहिए। सुप्रीम कोर्ट के सामने हमारी ओर से यही बताया जाएगा कि पंजाब उसके लिए तैयार नहीं है, और पंजाब नहीं है तो अल्टीमेटली सुप्रीम कोर्ट उसमें जो निर्णय देंगे वो हमको स्वीकार। पानी का बंटवारा ਸੋ ਕਿਤਨਾ ਕਿਤੇ ਲੜਾਈ ਟ੍ਰਿਬਿਊਨਲ ਹੈ, ਉਹਦੇ ਵਿੱਚ ਹਜੇ 4/3/2023 ਨੂੰ ਪੇਸ਼ੀ ਹੈ। ਟ੍ਰਿਬਿਊਨਲ ਚੈੱਕ ਕਰ ਲੇ ਪਾਣੀ ਕਿੰਨਾ ਹੈ। ਇੱਕ ਗੱਲ ਮੈਂ ਅੱਜ ਕਹੀ ਕਹਿੰਦੇ ਵੀ ਅਲਟਰਨੇਟਿਵ ਕੀ ਹੈ। ਮੈਂ ਕਿਹਾ ਵੀ ਅਲਟਰਨੇਟਿਵ ਦੇ ਨਾਂ ਦੇ ਵਿੱਚ ਹੀ ਹੈ। SYL ਦੀ ਬਜਾਏ YSL ਕਰ ਦੋ। ਸਤਲੁਜ ਯਮਨਾ ਲਿੰਕ ਦੀ ਬਜਾਏ ਯਮਨਾ ਸਤਲੁਜ ਲਿੰਕ ਕਰ ਲੋ। ਯਮਨਾ ਚੋਂ ਸਤਲੁਜ ਨੂੰ ਪਾਣੀ ਦੇ ਦਿਓ, ਵਿੱਚ ਹਰਿਆਣਾ ਆਊਗਾ ਉਹਨੂੰ ਦੇ ਦਿਓ, ਪਰ ਸਾਡੇ ਸਤਲੁਜ ਨੂੰ ਤਾਂ ਬਚਾਓ। ਸਤਲੁਜ ਤਾਂ ਇੱਕ ਸੂਆ ਬਣ ਕੇ ਰਹਿ ਗਿਆ। ਸਤਲੁਜ ਤਾਂ ਇੱਕ ਨਹਿਰ ਵੀ, ਮਤਲਬ ਨਹਿਰ ਜੋਗਾ ਪਾਣੀ ਵੀ ਸਤਲੁਜ ਕੋਲੇ ਹੈ ਨਹੀਂ। ਸੋ SYL ਦੀ ਬਜਾਏ YSL ਬਣਾਓ। ਉਹ ਗੰਗਾ ਯਮਨਾ ਜਿਹੜੀ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਸਾਰੇ ਅੱਧੇ ਮੁਲਕ ਨੂੰ, ਬਿਹਾਰ ਬੰਗਾਲ, ਉਹਦੀ ਬਜਾਏ ਉਹ ਪਾਣੀ ਵਾਇਆ ਹਰਿਆਣਾ ਸਤਲੁਜ ਨੂੰ ਦੇ ਦਿਓ। SYL ਦੀ ਬਜਾਏ YSL ਬਣਾ ਲਓ। ਸਾਨੂੰ ਕੋਈ ਇਹਦੇ 'ਚ ਪ੍ਰੋਬਲਮ ਨਹੀਂ। ਯਮਨਾ 'ਚੋਂ ਪਾਣੀ ਸਤਲੁਜ ਨੂੰ ਦਿਓ, ਜਾਂਦੇ ਜਾਂਦੇ ਰਸਤੇ ਦੇ ਵਿੱਚ ਉਹ ਹਰਿਆਣੇ ਨੂੰ ਦੇ ਦੇਣ। ਸਾਨੂੰ ਕੋਈ ਦਿੱਕਤ, ਸਾਡੇ ਕੋਲੇ ਕੋਈ ਪਾਣੀ ਨਹੀਂ ਕਿ ਅਸੀਂ ਹਰਿਆਣਾ ਨੂੰ ਦੇ ਦਈਏ। ਬਾਕੀ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ, ਅਸੀਂ ਆਪਣਾ ਪੱਖ ਰੱਖਤਾ। ਪੰਜਾਬੀ 'ਚ ਮੈਂ ਫੇਰ ਕਹਿ ਦਿੰਦਾ, ਜਿਹੜੀ ਚੀਜ਼ ਸਾਡੇ ਕੋਲੇ ਹੈ ਹੀ ਨਹੀਂ ਉਹ ਕਿਵੇਂ ਦੇ ਦਈਏ। ਸਾਡੇ ਕੋਲੇ ਹੈ ਨਹੀਂ ਪਾਣੀ, ਜਿਹੜਾ ਉਹ ਸਾਡਾ ਤਾਂ ਧਰਤੀ ਵਾਲਾ ਪਾਣੀ ਵੀ ਖਤਮ, ਸਾਡਾ ਨਹਿਰੀ ਪਾਣੀ भी खत्म, साਡਾ ਤਾਂ सूबे का ना ही 5 आब रह गया। 5 पानी 5 आब, अदरवाइज हमारे पास पानी नहीं है। इस क्रम में आज तीसरी मीटिंग थी। तीनों मीटिंग में अभी तक उसका कोई भी एमिकल सोल्यूशन की और तरफ हम नहीं बढ़ पाए हैं, क्योंकि सुप्रीम कोर्ट ने जो डिक्री दी है वो डिक्री ये दी है कि SYL का निर्माण होना चाहिए। उस निर्माण के लिए कोई एमिकेबल सोल्यूशन निकालें, कैसे बनाया जा सकता है। लेकिन हमारे काउंटर पार्ट पंजाब के चीफ मिनिस्टर, उनके जो सारे अधिकारियों की टीम, वो इस विषय को अभी इस एजेंडे पर ही लाने के लिए तैयार नहीं है। उन्होंने कहा कि हमारे पास पानी नहीं है, पानी के बंटवारे पर बात करें। पानी का बंटवारा ये एक अलग से ट्रिब्यूनल जो बना हुआ है, ये काम उस ट्रिब्यूनल का है। वो पानी का बंटवारा जैसा भी ट्रिब्यूनल की सिफारिश होगी हम उस हिसाब से बांट लेंगे। लेकिन पहला विषय है कि SYL बननी चाहिए, तो SYL बननी चाहिए। इस विषय पर उन्होंने यहाँ तक कह दिया कि हमने तो जो एक्ट बनाया था 2004 में, जिसको वास्तव में सुप्रीम कोर्ट भी उसको निरस्त कर चुका है राष्ट्रपति जी के राय के हिसाब से, लेकिन इसको भी वो मानने के लिए तैयार नहीं है। उन्होंने यहाँ तक कहा है कि हम सुप्रीम कोर्ट के उस वर्डिक्ट को भी मानते नहीं हैं, और ये जो हमारा एक्ट है 2004 का, वो अभी एग्जिस्ट करता है। ये एक सीमा को तोड़ करके कही गई बात है, ये भी उचित नहीं है। सुप्रीम कोर्ट को हम अवगत कराएंगे कि इस विषय को इस सीमा तक वो सोचते हैं जो बिल्कुल असंवैधानिक है, गलत है। हमारी अभी भी वही बात है कि SYL न बननी चाहिए। सुप्रीम कोर्ट के सामने हमारी ओर से यही बताया जाएगा कि पंजाब उसके लिए तैयार नहीं है, और पंजाब नहीं है तो अल्टीमेटली सुप्रीम कोर्ट उसमें जो निर्णय देंगे वो हमको स्वीकार